ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਪੰਜਾਬ ਸਰਕਾਰ ਦੀ ਕਰ ਰਹੇ ਹਾਂ। ਪੰਜਾਬ ਸਰਕਾਰ ਜਦੋਂ ਪੰਜਾਬ ਦੇ ਵਿੱਚ ਆਈ ਤਾਂ ਉਹਨਾਂ ਨੇ ਮੁੱਖ ਦੋ ਚੀਜ਼ਾਂ ਤੇ ਕਿਹਾ ਕਿ ਸਾਡਾ ਜਿਹੜਾ ਮੁੱਖ ਮਕਸਦ ਹੈ ਸਿੱਖਿਆ ਨੂੰ ਜਿਹੜਾ ਪ੍ਰਫੁੱਲਿਤ ਕਰਨਾ ਤੇ ਸਿਹਤ ਸੁਵਿਧਾਵਾਂ ਪੰਜਾਬੀਆਂ ਨੂੰ ਚੰਗੀਆਂ ਦੇਣਾ, ਜਿਸ ਨੂੰ ਲੈ ਕੇ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਵੀ ਲਗਾਤਾਰ ਸਿਹਤ ਮੰਤਰੀ ਨਜ਼ਰ ਆ ਰਹੇ ਨੇ। ਚੇਤਨ ਸਿੰਘ ਜੋੜਾ ਮਾਜਰਾ ਉਹਨਾਂ ਦੇ ਵੱਲੋਂ ਵੱਖ-ਵੱਖ ਹਸਪਤਾਲਾਂ ਦੇ ਦੌਰੇ ਕੀਤੇ ਜਾ ਰਹੇ ਨੇ, ਰੇਡ ਮਾਰੀ ਜਾ ਰਹੀ ਹੈ। ਇਸ ਦੌਰਾਨ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਬੀਤੇ ਦਿਨ ਹੀ ਦੱਸਦੀ ਹੈ ਕਿ ਉਹਨਾਂ ਨੇ ਰੇਡ ਕੀਤੀ ਜਿੱਥੇ ਉਹਨਾਂ ਨੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨੂੰ ਹੀ ਗੰਦੇ ਬੈੱਡ ਤੇ ਲੇਟਣ ਦੇ ਲਈ ਕਿਹਾ ਤੇ ਉਸ ਤੋਂ ਬਾਅਦ ਅੰਜਾਮ ਇਹ ਹੋਇਆ ਕਿ ਵਾਇਸ ਚਾਂਸਲਰ ਨੇ ਅਸਤੀਫਾ ਦੇ ਦਿੱਤਾ। ਇਸ ਵਕਤ ਮੌਜੂਦਾ ਤਾਂ ਨਹੀਂ ਪਰ ਸਾਬਕਾ ਸਿਹਤ ਮੰਤਰੀ ਸਾਡੇ ਨਾਲ ਬਲਬੀਰ ਸਿੱਧੂ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ ਸਵਾਗਤ ਹੈ ਜੀ ਦਾ ਸਮਰ ਨਿਊਜ਼ ਤੇ। ਸਿੱਧੂ ਸਾਹਿਬ ਕਿਵੇਂ ਦੇਖ ਰਹੇ ਹੋ ਮੌਜੂਦਾ ਸਿਹਤ ਮੰਤਰੀ ਦੀ ਕਾਰਗੁਜ਼ਾਰੀ ਨੂੰ? ਇਸ ਤੋਂ ਪਹਿਲਾਂ ਮਹਿਕਮਾ ਤੁਹਾਡੇ ਕੋਲੇ ਰਿਹਾ ਹੈ ਤਾਂ ਸਵਾਲ ਲਗਾਤਾਰ ਉੱਠ ਰਹੇ ਨੇ ਕਿ ਮੋਹਾਲੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਚੰਗੀਆਂ ਸਿਹਤ ਸੁਵਿਧਾਵਾਂ ਨਹੀਂ ਲੋਕਾਂ ਨੂੰ ਮਿਲੀਆਂ। ਇੱਦਾਂ ਹੈਗਾ ਕਿ ਵੀ ਤੁਸੀਂ ਦੋ ਗੱਲਾਂ ਕੀਤੀਆਂ ਕਿ ਵੀ ਦੋ ਚੀਜ਼ਾਂ ਤੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਫੋਕਸ ਕੀਤਾ, ਇੱਕ ਹੈਲਥ ਤੇ ਐਜੂਕੇਸ਼ਨ ਤੇ, ਔਰ ਦੋਨਾਂ ਹੀ ਚੀਜ਼ਾਂ ਦੇ ਵਿੱਚ ਸਰਕਾਰ ਦਾ ਹਾਲ ਤੱਕ ਕੋਈ ਖਾਸ ਉਹਦੇ 'ਚ ਉਹਨਾਂ ਦੀ ਆਊਟਪੁੱਟ ਨਹੀਂ ਹੈ, ਕੋਈ ਉਹਨਾਂ ਦੀ ਖਾਸ ਮਾਈਲੇਜ ਨਹੀਂ ਹੈ। ਪਹਿਲੀ ਗੱਲ ਤਾਂ ਟੀਚਰ ਜਿਹੜੇ ਹੈਗੇ ਨੇ ਉਹ ਧਰਨਿਆਂ ਤੇ ਬੈਠੇ ਨੇ, ਉਹਨਾਂ ਦਾ ਕੁੱਟ ਕਟਾਪਾ ਰੋਜ਼ ਦਿਨ ਦਿਹਾੜੇ ਹੋ ਰਿਹਾ, ਜਿਵੇਂ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ। ਦੂਜੀ ਗੱਲ, ਜੋੜਾ ਮਾਜਰਾ ਸਾਹਿਬ ਨੇ ਤਾਂ ਕੱਲ ਕਮਾਲ ਹੀ ਕਰਤੀ ਕਿ ਇੱਕ ਐਸੀ ਡਿਗਨਿਟੀ, ਜਿਹੜਾ ਇੱਕ ਐਸੀ ਪਰਸਨੈਲਿਟੀ ਜਿਹੜੀ ਕਿ ਪਿਛਲੇ 45 ਸਾਲ ਤੋਂ ਪੰਜਾਬ ਦੇ ਲੋਕਾਂ ਦੀ ਨਿਰਸਵਾਰਥ ਔਰ ਰਾਤ ਦਿਨ ਕਰਕੇ ਸੇਵਾ ਕਰ ਰਹੇ ਇਨਸਾਨ ਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਕਿ ਜਿਸ ਤਰ੍ਹਾਂ ਕੋਈ ਬਹੁਤ ਹੀ ਮਾੜੇ ਤੋਂ ਮਾੜਾ ਮੁਲਜ਼ਮ ਹੋਏ ਥਾਣੇ 'ਚ ਸ਼ਾਇਦ ਉਹਦੇ ਨਾਲ ਵੀ ਇੱਦਾਂ ਦਾ ਸਲੂਕ ਨਹੀਂ ਕੀਤਾ ਜਾਂਦਾ। ਕਿਉਂਕਿ ਡਾਕਟਰ ਰਾਜ ਬਹਾਦਰ ਕੋਈ ਇੱਕ ਆਮ ਇਨਸਾਨ ਨਹੀਂ, ਕੋਈ ਆਪਣੇ ਆਪ ਇੱਕ ਸੰਸਥਾ ਹੈਗੀ ਆ ਔਰ ਦੁਨੀਆ ਦੇ ਮੰਨੇ ਪ੍ਰਮੰਨੇ ਜਿਹੜੇ ਸਪਾਈਨ ਦੇ ਐਕਸਪਰਟ ਨੇ ਉਹਨਾਂ 'ਚ ਉਹਦਾ ਨਾਂ ਸ਼ੁਮਾਰ ਹੈ। ਔਰ ਸ਼ਾਇਦ ਇੰਡੀਆ ਦੇ ਵਿੱਚ ਗਿਣਤੀ ਦੇ ਇਹੋ ਜਿਹੇ ਡਾਕਟਰ ਹੋਣਗੇ 2 4 5 ਹੋਣਗੇ ਜਿਹੜੇ ਡਾਕਟਰ ਰਾਜ ਬਹਾਦਰ ਚਾਹੁੰਦੇ ਤਾਂ ਆਪਣਾ ਬਹੁਤ ਵੱਡਾ ਹਸਪਤਾਲ ਬਣਾ ਕੇ ਬਹੁਤ ਵੱਡਾ ਅੰਪਾਇਰ ਖੜਾ ਕਰ ਸਕਦੇ ਸੀ, ਪਰ ਉਹਨਾਂ ਨੇ ਜਨ ਸੇਵਾ ਨੂੰ ਆਪਣੀ ਪ੍ਰਾਇਰਟੀ ਦਿੱਤੀ ਹਮੇਸ਼ਾ ਹੀ। ਔਰ ਉਹਨਾਂ ਨੇ ਚਾਹੇ ਉਹ ਰਹੇ 32 ਸੈਕਟਰ ਡਾਕਟਰ ਰਹੇ, ਚਾਹੇ ਉਹ ਪੀਜੀ 'ਚ ਰਹੇ, ਚਾਹੇ ਉਹ ਅੱਜ BC ਦੇ ਤੌਰ ਤੇ ਕੰਮ ਕਰ ਰਹੇ ਨੇ, ਚਾਹੇ ਉਹ ਕਰੋਨਾ ਦੌਰਾਨ ਮੇਰੀ ਟੀਮ ਦੇ ਮੈਂਬਰ ਸੀਗੇ, ਉਹ ਵੀ ਕਿ ਵੀ ਅਸੀਂ ਇਕੱਠੇ ਉਦੋਂ ਮੀਟਿੰਗਾਂ, ਹਾਲਾਂਕਿ ਮੈਂ ਮੈਡੀਕਲ ਐਜੂਕੇਸ਼ਨ ਨਹੀਂ ਸੀਗਾ ਉਦੋਂ, ਡਾਕਟਰ ਤਲਵਾਰ ਤੇ ਡਾਕਟਰ ਰਾਜ ਬਹਾਦਰ ਇਹ ਸਾਰੇ ਸਾਡੇ ਉਸ ਟੀਮ ਦੇ ਮੈਂਬਰ ਹੁੰਦੇ ਸੀ। ਔਰ ਮੈਂ ਉਸ ਇਨਸਾਨ ਨੂੰ ਨਿੱਜੀ ਤੌਰ ਤੇ ਬਹੁਤ ਨੇੜੇ ਹੋ ਕੇ ਦੇਖਿਆ ਕਿ ਜਿੰਨਾ ਵਰਕ ਉਹ ਕਰਦੇ ਨੇ, ਤੇ ਅੱਜ ਪੰਜਾਬ ਦੇ ਵਿੱਚ ਨਹੀਂ, ਈਵਨ ਹਰਿਆਣਾ ਕੀ ਲਾਗੇ ਛਾਗੇ ਜਿੰਨੀਆਂ ਸਟੇਟਾਂ ਨੇ, ਮੈਕਸੀਮਮ ਬੰਦਾ ਜਿਹੜੇ ਸਪਾਈਨ ਦੀ ਪ੍ਰੋਬਲਮ ਆ ਉਹਨੇ ਦੂਰ ਕੀਤੀ ਹੈ। ਲੱਖਾਂ ਲੋਕਾਂ ਦਾ ਇਲਾਜ ਡਾਕਟਰ ਰਾਜ ਬਹਾਦਰ ਨੇ ਕੀਤਾ ਹੈ। ਔਰ ਉਹ ਇੱਕ ਉਹ ਇਨਸਾਨ ਆ ਜਿਹੜਾ ਕਿ ਰਾਤ ਦੇ 2 ਵਜੇ ਵੀ ਫਰੈਸ਼ ਆ ਤੇ ਸਵੇਰੇ 8 ਵਜੇ ਵੀ ਫਰੈਸ਼ ਹੈ। ਔਰ ਇੱਥੇ ਸਾਡੇ ਨਾਲ ਇੱਕ ਸਪਾਈਨ ਸੈਂਟਰ ਹੈਗਾ ਸੈਕਟਰ 70 ਦੇ ਵਿੱਚ, ਉਹ 5 ਦਿਨ ਫਰੀਦਕੋਟ ਹੁੰਦੇ ਨੇ ਔਰ ਸੈਟਰਡੇ ਸਵੇਰੇ 8 ਵਜੇ ਇੱਥੇ ਪਹੁੰਚਦੇ ਨੇ। ਔਰ ਜਿੰਨੇ ਪੇਸ਼ੈਂਟਾਂ ਨੂੰ ਟੋਕਨ ਦਿੱਤਾ ਜਾਂਦਾ ਰਾਤ ਦੇ 2 ਵਜੇ ਸਾਰਿਆਂ ਨੂੰ ਦੇਖ ਕੇ ਜਾਂਦੇ ਨੇ ਬਕਾਇਦਾ, ਉਸ ਤੋਂ ਬਾਅਦ ਉਹਨੂੰ ਆਪਰੇਸ਼ਨ ਦੀ ਡੇਟ ਦਿੰਦੇ ਨੇ ਔਰ ਜਿਹੜਾ ਕੋਈ ਬੰਦਾ ਬਹੁਤ ਐਮਰਜੈਂਸੀ ਨਾਲ ਉਦੋਂ ਆਪਰੇਟ ਵੀ ਕਰਦੇ ਨੇ। ਵੀ ਇਹੋ ਜਿਹੇ ਇਨਸਾਨ ਦੇ ਨਾਲ ਇਹੋ ਜਿਹਾ ਸਲੂਕ ਕਰਨਾ ਬੜੇ ਮੰਦਭਾਗਾ ਹੈ। ਵੈਸੇ ਤਾਂ ਕਿਸੇ ਬਾਰ ਟੈਂਡਰ ਨਾਲ ਵੀ ਇਹੋ ਜਿਹਾ ਸਲੂਕ ਕਰਨਾ ਉਹ ਵੀ ਮਾੜਾ ਹੈ, ਕਿਉਂਕਿ ਅੱਜ ਹਰ ਬੰਦਾ ਚਾਹੇ ਉਹ ਛੋਟਾ ਚਾਹੇ ਵੱਡਾ ਉਹਦੀ ਰਿਸਪੈਕਟ ਹੈਗੀ ਆ, ਪਰ ਇੱਕ ਇਹੋ ਜਿਹੀ ਪਰਸਨੈਲਿਟੀ ਦੇ ਨਾਲ ਸਲੂਕ ਇਹੋ ਜਿਹਾ ਕਰਨਾ ਤਾਂ ਬਹੁਤ ਮੰਦਭਾਗਾ ਹੈ। ਕਿਉਂਕਿ BC ਜਿਹੜਾ ਹੁੰਦਾ ਹੈ ਉਹਦੇ ਥੱਲੇ ਇਕੱਲਾ ਵਾਈਸ ਚਾਂਸਲਰ ਹੈਡ ਆਫ ਦੀ ਯੂਨੀਵਰਸਿਟੀ ਹੁੰਦਾ ਹੈ, ਉਹਦੇ ਥੱਲੇ ਕਿੰਨੇ ਡਿਪਾਰਟਮੈਂਟ, ਉਹਦੇ ਥੱਲੇ ਇੱਕ ਮੈਡੀਕਲ ਸੁਪਰਡੈਂਟ ਹੁੰਦਾ ਹੈ, ਉਹਦੇ ਥੱਲੇ ਹੀ ਬਕਾਇਦਾ ਇੱਕ ਰਜਿਸਟਰਾਰ ਹੁੰਦਾ ਹੈ, ਉਹਦੇ ਥੱਲੇ ਹੀ ਇੱਕ ਪ੍ਰਿੰਸੀਪਲ ਵੀ ਹੁੰਦਾ ਹੈ, ਔਰ ਕਿੰਨੇ ਤਰ੍ਹਾਂ ਦੇ ਜਿਹੜੇ ਉਹਦੇ ਨਾਲ ਜਿਹੜੇ ਬੰਦੇ ਆ ਉਹ ਜੁੜੇ ਹੁੰਦੇ ਨੇ। ਕਿਤੇ ਜਿਵੇਂ ਹਾਊਸਕੀਪਿੰਗ ਦੀ ਗੱਲ ਆ, ਜਿਹੜਾ ਮੇਨ ਮੈਟਰਸ ਦੀ ਗੱਲ ਹੋਈ ਆ, ਹਾਊਸਕੀਪਿੰਗ ਦੀ ਗੱਲ ਸੀਗੀ, ਉਹ ਵੀ ਇੱਕ ਵੱਖਰਾ ਡਿਪਾਰਟਮੈਂਟ ਹੁੰਦਾ ਹੈ ਤੇ ਉਹਦੇ ਲਈ ਤੁਸੀਂ ਸਿੱਧੇ ਤੌਰ ਤੇ ਉਹ ਦੋਸ਼ੀ ਠਹਿਰਾਉਣਾ ਤਾਂ ਇਹ ਮੰਦਭਾਗੀ ਗੱਲ ਹੈ। ਦੂਜੀ ਗੱਲ ਇਹ ਕਿ ਮੰਤਰੀ ਸਾਹਿਬ ਬੜੇ ਮੈਨੂੰ ਤਾਂ ਲੱਗਦੀ ਹੈ ਸਮਝਦਾਰ ਹੋਣਗੇ ਕਿ ਉਹਨਾਂ ਨੂੰ ਚਾਹੀਦਾ ਸੀ ਕਿ ਬਜਾਏ ਉਹ ਸਿੱਧੇ ਪਹਿਲਾਂ ਵਾਰਡ 'ਚ ਜਾਣ ਤੋਂ ਪਹਿਲਾਂ ਉਹ ਬਕਾਇਦਾ ਇੱਕ ਮੀਟਿੰਗ ਕਰਦੇ ਜਾਂ ਉਦੋਂ ਪਹਿਲਾਂ ਚੰਡੀਗੜ੍ਹ ਮੀਟਿੰਗ ਕਾਲ ਕਰਦੇ ਕਿ ਮੈਂ ਤੁਹਾਡੇ ਵਿਜ਼ਿਟ ਕਰਨੀ ਹੈਗੀ ਆ, ਤੁਹਾਡੇ ਕੋਲ ਡੈਫੀਸ਼ੀਐਂਸੀ ਜਿਹੜੀ ਹੈਗੀਆਂ ਨੇ ਮੈਨੂੰ ਦੱਸੋ, ਜਿਹੜੇ ਸਰਕਾਰ ਵੱਲੋਂ ਪੂਰੇ ਕੀਤੇ ਜਾਣੇ ਨੇ ਅਸੀਂ ਉਹਨੂੰ ਪੂਰੇ ਕਰੀਏ। ਉਸ ਤੋਂ ਬਾਅਦ ਉੱਥੇ ਜਾ ਕੇ ਕੋਈ ਪ੍ਰੋਬਲਮ ਹੁੰਦਾ ਉਹਦੇ ਉੱਤੇ ਉਹ ਬਕਾਇਦਾ ਕੋਈ ਵੀ ਗੱਲ ਕਰਦੇ, ਔਰ ਉਹ ਵੀ ਇੰਟਰਨਲੀ ਕਿਤੇ ਬੰਦ ਰੂਮ ਕਮਰੇ 'ਚ ਵੀ ਗੱਲ ਹੋ ਸਕਦੀ ਸੀ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਹਿਊਮਿਲੇਟ ਕੀਤਾ, ਉਹਨਾਂ ਨੂੰ ਉਹ ਬਹੁਤ ਇਹੋ ਜਿਹੀ ਹਿਊਮਿਲੇਸ਼ਨ ਝੱਲਣੀ ਬਹੁਤ ਮੁਸ਼ਕਿਲ ਹੁੰਦੀ ਹੈ। ਔਰ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਰਿਜ਼ਾਈਨ ਕੀਤਾ ਔਰ ਉਹਨਾਂ ਦੇ ਰਿਜ਼ਾਈਨ ਤੋਂ ਬਾਅਦ ਰਿਜ਼ਾਈਨਾਂ ਦੀ ਝੜੀ ਲੱਗ ਗਈ ਕਿ ਕਿੰਨੇ ਜਿਹੜੇ ਸੀਨੀਅਰ ਡਾਕਟਰ ਸੀ ਜਾਂ ਪ੍ਰਿੰਸੀਪਲ ਸੀ ਜਾਂ ਮੈਡੀਕਲ ਸਟੂਡੈਂਟ ਸੀ ਉਹਨਾਂ ਸਾਰੇ ਰਿਜ਼ਾਈਨ ਕਰਨੇ ਸ਼ੁਰੂ ਕਰਤੇ। ਔਰ ਜੇ ਇੱਦਾਂ ਦੀ ਰੁਝਾਨ ਸ਼ੁਰੂ ਹੋ ਗਿਆ
ਤਾਂ ਜਿਹੜੀ ਅੱਜ ਕੁਦਰਤੀ ਆਫਤ ਜਿਹੜੀ ਕਰੋਨਾ, ਅਸੀਂ ਉਸ ਵੇਲੇ ਬਹੁਤ ਵੱਡੀ ਜੰਗ ਜਿੱਤੀ ਸੀ ਤੋਂ ਮੈਂ ਵਜ਼ੀਰ ਸੀਗਾ, ਤੇ ਲੇਕਿਨ ਅੱਜ ਕਰੋਨਾ ਦੁਬਾਰਾ ਫਿਰ ਪੈਰ ਪਸਾਰ ਰਿਹਾ। ਤਾਂ ਅਸੀਂ ਕੱਲ ਨੂੰ ਜੇ ਸਾਡਾ ਇਹ ਸਿਸਟਮ ਕਲੈਪਸ ਹੋ ਜਾਂਦਾ ਹੈ ਤਾਂ ਅਸੀਂ ਜਿਹੜੇ ਸਾਡੇ ਮੈਡੀਕਲ ਲਾਈਨ ਦੇ ਲੋਕ ਨੇ ਉਹਨੂੰ ਕਿੱਥੋਂ ਲੈ ਕੇ ਆਵਾਂਗੇ ਅਸੀਂ। ਤੇ ਇਸ ਕਰਕੇ ਇਹ ਬੜਾ ਮੰਦਭਾਗਾ ਜਿਹੜਾ ਇਨਸੀਡੈਂਟ ਹੋਇਆ, ਔਰ ਇਹਦੇ ਲਈ ਸੀਐਮ ਸਾਹਿਬ ਨੂੰ ਆਪ ਬਕਾਇਦਾ ਦਾ ਇਨੀਸ਼ੀਏਟਿਵ ਲੈਣਾ ਚਾਹੀਦਾ। ਉਹਦੇ ਪ੍ਰੀਵਿਊ 'ਚ ਆਉਂਦਾ ਹੈ, ਚਾਹੇ ਉਹ ਆਪਣੇ ਮੰਤਰੀ ਨੂੰ ਬਰਖਾਸਤ ਕਰਨ, ਚਾਹੇ ਉਹ ਤੋਂ ਮਾਫੀ ਮੰਗਵਾਉਣ, ਚਾਹੇ ਖੁਦ ਡਾਕਟਰ ਰਾਜ ਬਹਾਦਰ ਉਹਨਾਂ ਨੂੰ ਬਕਾਇਦਾ ਮਨਾਉਣ ਇਸ ਗੱਲ ਦੇ ਲਈ। ਔਰ ਜੇ ਇਹ ਨਹੀਂ ਹੁੰਦਾ ਤਾਂ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਸਾਡੇ ਜਿਹੜਾ ਸਿਸਟਮ ਹੈ ਜਿਹੜਾ ਹੈਲਥ ਦਾ, ਉਹ 'ਚ ਬਹੁਤ ਵੱਡਾ ਵਿਗਾੜ ਆ ਸਕਦਾ ਹੈ। ਉਦੋਂ ਸਾਡੇ ਹਸਪੀਟਲਾਂ ਦੇ ਜਿਹੜੇ ਪੇਸ਼ੈਂਟ ਨੇ ਜਾਂ ਜਿਹੜੇ ਸਾਡੇ ਗਰੀਬ ਲੋਕ ਨੇ ਉਹਨਾਂ ਨੂੰ ਇਲਾਜ ਨਹੀਂ ਮਿਲਣਾ ਪ੍ਰੋਪਰ। ਦੂਜੀ ਗੱਲ, ਸਰਕਾਰ ਨੇ ਤਾਂ ਪਹਿਲਾਂ ਹੀ ਜਿਹੜੀ ਆਯੁਸ਼ਮਾਨ ਭਾਰਤ ਸਕੀਮ ਸੀਗੀ ਉਹ ਸਕੀਮ ਬੰਦ ਕਰਕੇ ਹੀ ਲੋਕਾਂ ਦਾ ਬਹੁਤ ਵੱਡਾ ਜਿਹੜੇ ਕੋਈ ਹੈਲਥ ਕਾਰਡ ਵੀ ਲੈ ਕੇ ਜਾਂਦੇ ਨੇ, ਔਰ ਬਹੁਤ ਸਾਰੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਦੇ ਪੇਮੈਂਟਾਂ ਨਹੀਂ ਹੋਈਆਂ, ਉਹ ਤਰ੍ਹਾਂ ਕਰਦੇ ਨੇ ਤੇ ਬੰਦੇ ਹੈਲਥ ਦਾ ਕਾਰਡ ਲੈ ਕੇ ਘੁੰਮਦੇ ਨੇ, ਤੇ ਅੱਜ ਉਹਨਾਂ ਨੂੰ ਕਦੋਂ ਟ੍ਰੀਟਮੈਂਟ ਨਹੀਂ ਮਿਲ ਰਿਹਾ। ਤੇ ਜੇ ਅਸੀਂ ਆਹ ਪੰਗਾ ਵੀ ਨਾਲ ਪਾ ਲੈਂਦੇ ਹਾਂ ਤਾਂ ਪੰਜਾਬ ਦੇ ਹਾਲਾਤ ਹੋਰ ਬਹੁਤ ਮਾੜੇ ਹੋਣਗੇ। ਔਰ ਅੱਜ ਡਾਕਟਰ ਰਾਜ ਬਹਾਦਰ ਦੀ ਗੱਲ ਨਹੀਂ, ਅੱਜ ਇੱਕ ਰਿਸਪੈਕਟ ਦੀ ਗੱਲ ਹੈ, ਇੱਕ ਪੜ੍ਹੀ ਲਿਖੀ ਜਮਾਤ ਦੀ ਗੱਲ ਹੈ। ਔਰ ਡਾਕਟਰ ਇੱਕ ਐਸੀ ਜਮਾਤ ਹੈ ਕਿ ਸਾਨੂੰ ਇੱਕ ਡਾਕਟਰ ਪੈਦਾ ਕਰਨ ਵਾਸਤੇ ਬਹੁਤ ਕੁਰਬਾਨੀ ਕਰਨੀ ਪੈਂਦੀ ਹੈ। ਤਾਂ ਅਸੀਂ ਦੇਖਿਆ ਹੋਣਾ ਕਿ ਜਦੋਂ ਕਰੋਨਾ ਸੀ, ਕਰੋਨਾ ਦੌਰਾਨ ਅਸੀਂ ਜਿਹੜੇ ਸਪੈਸ਼ਲਿਸਟ ਸੀ ਉਹਨਾਂ ਵਾਸਤੇ ਬਕਾਇਦਾ ਇੱਕ ਵਾਕਰ ਇੰਟਰਵਿਊ ਰੱਖੀ, ਲੇਕਿਨ ਫਿਰ ਵੀ ਲੋਕੀ ਇੰਟਰਸਟ ਨਹੀਂ ਕਰਦੇ। ਉਹਨੂੰ 50-50 ਲੱਖ ਦਾ ਜਿਹੜਾ ਬੌਂਡ ਸੀ ਉਹ ਵੀ ਭਰ ਕੇ ਚਲੇ ਜਾਂਦੇ ਸੀਗੇ। ਤੇ ਅਸੀਂ ਜੇ ਇੱਦਾਂ ਉਹਨਾਂ ਨੂੰ ਧੱਕਾ ਕਰਾਂਗੇ ਤਾਂ ਅਸੀਂ ਉਹਨਾਂ ਬਜਾਏ ਉਹਨਾਂ ਨੂੰ ਧੱਕਾ ਕਰਨ, ਉਹਨਾਂ ਨੂੰ ਪਿਆਰ ਨਾਲ ਕੰਮ ਲਈਏ, ਉਹਨੂੰ ਇਨਕਰੇਜ ਕਰੀਏ, ਉਹਨਾਂ ਨੂੰ ਬਕਾਇਦਾ ਉਹਦਾ ਜਿਹੜਾ ਮੋਰਲ ਹਾਈ ਰੱਖੀਏ ਤਾਂ ਕਿ ਉਹ ਲੋਕਾਂ ਦੀ ਸੇਵਾ ਕਰ ਸਕਣ ਤੇ ਪੰਜਾਬ ਦਾ ਮਾਹੌਲ ਵਧੀਆ ਹੋਵੇ। ਸਿੱਧੂ ਸਾਹਿਬ, ਇਸ ਤੋਂ ਪਹਿਲਾਂ ਖਰੜ ਦੇ ਵਿੱਚ ਵੀ, ਖਰੜ ਦੇ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ ਸਿਹਤ ਮੰਤਰੀ ਦੇ ਵੱਲੋਂ। ਉੱਥੋਂ ਦੇ ਐਸਡੀਐਮ ਨੂੰ ਵੀ ਉਹਨਾਂ ਨੇ ਝਾੜ ਪਾਈ, ਉੱਥੇ ਪੱਖੇ ਨਹੀਂ ਲੱਗੇ ਹੋਏ ਸੀ। ਉਹਨਾਂ ਨੇ ਕਿਹਾ ਕਿ ਇੱਕ ਦਿਨ ਦੇ ਵਿੱਚ ਮੈਨੂੰ ਰਿਪੋਰਟ ਦਿਓ, ਪੱਖੇ ਲੱਗ ਜਾਣੇ ਚਾਹੀਦੇ, ਇੱਥੇ ਮਰੀਜ਼ਾਂ ਨੂੰ ਸਫਰ ਨਹੀਂ ਕਰਨ ਦੇਣਾ ਚਾਹੀਦਾ। ਹਾਲਾਂਕਿ ਪੱਖੇ ਜ਼ਰੂਰ ਲੱਗ ਗਏ, ਰਿਪੋਰਟ ਵੀ ਆ ਗਈ, ਪੱਖੇ ਵੀ ਲੱਗ ਗਏ, ਉਹਨਾਂ ਦੀਆਂ ਤਸਵੀਰਾਂ ਵੀ ਆ ਗਈਆਂ, ਪਰ ਉਸ ਤੋਂ ਬਾਅਦ ਐਸਡੀਐਮ ਨੇ ਜਿਹੜਾ ਆਪਣਾ ਉਹਨਾਂ ਨੇ ਰਿਟਾਇਰਮੈਂਟ ਜਿਹੜੀ ਉਹ ਉਹਦੇ ਲਈ ਅਪਲਾਈ ਕਰ ਦਿੱਤਾ ਹੋਇਆ। ਐਸਐਮਓ ਜਿਹੜੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਭਰਜਾਈ ਲੱਗਦੇ ਆ ਜੀ। ਦੇਖੋ, ਮੈਂ ਇਹੀ ਕਹਿ ਰਿਹਾ ਕਿ ਵੀ ਡਾਕਟਰ ਨੂੰ ਹੋਰ ਸਾਰੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਕਿਤੇ ਜੌਬ ਮਿਲਣ ਦੇ ਬਹੁਤ ਘੱਟ ਚਾਂਸ ਹੁੰਦੇ ਨੇ। ਡਾਕਟਰ ਤਾਂ ਕਿਤੇ ਵੀ ਆਪਣੀ ਦੁਕਾਨ ਖੋਲ ਕੇ ਬੈਠ ਜੇ, ਉੱਥੇ ਉਹਦੇ ਕੋਲ ਪੇਸ਼ੈਂਟ ਆਉਣੇ ਸ਼ੁਰੂ ਹੋ ਜਾਣਗੇ। ਉਹ ਸ਼ਾਇਦ ਸਰਕਾਰੀ ਜੌਬ ਨਾਲੋਂ ਵੱਧ ਪੈਸੇ ਕਮਾ ਸਕਦਾ ਹੈ, ਲੇਕਿਨ ਪੀਸਫੁਲ ਕਮਾ ਸਕਦਾ ਹੈ। ਲੇਕਿਨ ਉਹਨਾਂ ਨੂੰ ਸਾਨੂੰ ਬਜਾਏ ਉਹਨਾਂ ਦੇ ਨਾਲ ਸਾਨੂੰ ਧੱਕਾ ਕਰਨ ਦੇ ਬਜਾਏ ਉਹਨਾਂ ਨਾਲ ਪਿਆਰ ਨਾਲ ਪੇਸ਼ ਹੋਣਾ ਚਾਹੀਦਾ ਹੈ। ਔਰ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਨੇ। ਪਲੱਸ ਦੇਖੋ, ਜਿਹੜੀ ਸਰਬੱਤ ਸਿਹਤ ਬੀਮਾ ਯੋਜਨਾ ਸੀਗੀ ਉਹਦੇ 'ਚ ਕੀ ਸੀਗਾ ਵੀ ਜਿਹੜੇ ਸਾਡੇ ਸਰਕਾਰੀ ਹਸਪੀਟਲ ਸੀ ਉਹਨਾਂ ਨੂੰ ਰਿਵਰਸਮੈਂਟ ਆਉਂਦੀ ਸੀ। ਜੇ ਕੋਈ ਗੋਡਿਆਂ ਦਾ ਆਪਰੇਸ਼ਨ ਹੋਇਆ ਜਾਂ ਕੋਈ ਗੈਣੀ ਦਾ ਡਿਲੀਵਰੀ ਹੋਈ ਹੈ ਜਾਂ ਕੋਈ ਹੋਰ ਆਪਰੇਸ਼ਨ ਹੋਇਆ ਤਾਂ ਉਹ ਸਾਰੇ ਸਾਡੇ ਉਸ ਹੈਲਥ ਕਾਰਡ 'ਚ ਕਵਰ ਸੀਗੇ। ਉਹਦਾ ਰਿਫੰਡ ਸਾਰਾ ਸਰਕਾਰੀ ਹਸਪਤਾਲ, ਉੱਥੇ ਜਿੱਥੇ ਲੋਕਾਂ ਦੀ ਸਿਹਤ ਵਾਸਤੇ ਬਹੁਤ ਵਰਦਾਨ ਸੀ, ਉੱਥੇ ਹਸਪਤਾਲ ਦੀ ਸਿਹਤ ਵਾਸਤੇ ਬਹੁਤ ਵਰਦਾਨ ਸੀ। ਆਮ ਤੌਰ 'ਤੇ ਜਿਹੜਾ ਇੱਕ ਐਸਐਮਓ ਹੈ ਉਹਦੀ ਜਿਹੜੀ ਪਾਵਰ ਹੈਗੀ ਹੈ ਸਿਰਫ 25,000 ਰੁਪਈਆ ਉਹ ਮੰਥਲੀ ਖਰਚ ਕਰ ਸਕਦਾ ਹੈ। ਉਹਦੀ ਪਾਵਰ ਹੈਗੀ ਕਿ ਉਹ ਚਾਹੇ ਮੈਡੀਸਨ ਲਿਆਵੇ ਜਾਂ ਹੋਰ ਲਿਆਵੇ, ਉਸ ਤੋਂ ਬਾਅਦ ਉਹਦੀ ਪਾਵਰ ਨਹੀਂ ਹੈਗੀ। ਤੇ ਇਸ ਕਰਕੇ ਇਹ ਜਿਹੜਾ ਸਿਸਟਮ ਹੈ ਇਹਨੂੰ ਬਦਲਣ ਦੀ ਲੋੜ ਸੀਗੀ। ਸਾਨੂੰ ਲੱਗਦਾ ਸੀ ਵੀ ਸ਼ਾਇਦ ਇਹ ਸਰਕਾਰ ਜਿਹੜਾ ਦਿੱਲੀ ਦਾ ਮਾਡਲ ਵਾਲੀ ਗੱਲ ਕਰਦੇ ਨੇ ਉਹ ਮਾਡਲ ਤਾਂ ਬਹੁਤ ਦੂਰ ਦੀ ਗੱਲ ਹੋ ਗਈ, ਪਰ ਜਿਹੜਾ ਸਾਡਾ ਮੌਜੂਦਾ ਮਾਡਲ ਹੈ ਇਹਨੂੰ ਸਟਰੈਂਥਨ ਕਰਨ ਦੀ ਲੋੜ ਹੈਗੀ ਹੈ। ਅਸੀਂ ਬਜਾਏ ਡਾਕਟਰਾਂ ਨੂੰ ਡਾਂਟੀਏ, ਕੋਈ ਗੱਲ ਨਹੀਂ, ਡਾਕਟਰਾਂ ਕੋਲ ਜਾਈਏ ਆਈਏ, ਜੇ ਉਹ ਕੰਮ ਨਹੀਂ ਕਰਦੇ ਸੀ ਉਹਨਾਂ ਨੂੰ ਪੁੱਛਿਆ ਤੁਸੀਂ ਪੇਸ਼ੈਂਟ ਨੂੰ ਕਿਉਂ ਨਹੀਂ ਚੈੱਕ ਕਰਦੇ। ਪਰ ਜਿਹੜੀਆਂ ਬਾਕੀ ਬੇਸਿਕ ਐਮਿਨਿਟੀ ਜਿਵੇਂ ਪੱਖੇ ਨੇ, ਏਸੀ ਹੈ ਜਾਂ ਹੋਰ ਹੈ, ਇਹ ਸਾਰਾ ਸਰਕਾਰ ਦੀ ਡਿਊਟੀ ਬਣਦੀ ਹੈ। ਸਰਕਾਰ ਉਹਨਾਂ ਨੂੰ ਪੂਰਾ ਪ੍ਰੋਪਰ ਜਿਹੜਾ ਪ੍ਰੋਵਾਈਡ ਕਰੇ ਤਾਂ ਆਪਣੇ ਆਪ ਸਾਰਾ ਕੁਝ ਸ਼ੁਰੂ ਹੋ ਜਾਊਗਾ। ਜੀ ਸਿੱਧੂ ਸਾਹਿਬ, ਇਸ ਤੋਂ ਪਹਿਲਾਂ ਤੁਹਾਡੇ ਕੋਲ ਇਹ ਮਹਿਕਮਾ ਰਿਹਾ, ਤੁਸੀਂ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਕਿ ਜਿਸ ਕਦਰ ਬੈੱਡ ਅਸੀਂ ਦੇਖਿਆ ਕਿ ਕਿੰਨੇ ਜ਼ਿਆਦਾ ਗੰਦੇ ਬੈੱਡ ਸੀ, ਉੱਥੇ ਮਰੀਜ਼ਾਂ ਨੇ ਠੀਕ ਕੀ ਹੋਣਾ, ਬਿਮਾਰ ਉਲਟਾ ਹੋ ਸਕਦੇ ਨੇ ਉਹ ਜੇ ਬੈੱਡ ਤੇ ਅਗਰ ਅਸੀਂ ਕਿਸੇ ਨੂੰ ਲਟਾਵਾਂਗੇ ਤਾਂ। ਦੇਖੋ, ਇਹ ਜ਼ਰੂਰੀ ਨਹੀਂ ਹੁੰਦਾ। ਕਈ ਬੈੱਡ ਜਿਹੜੇ ਹਸਪੀਟਲ ਦੇ ਵਿੱਚ ਬਿਲਕੁਲ ਕੰਡਮ ਪਏ ਹੁੰਦੇ, ਸਾਈਡ 'ਤੇ ਪਏ ਹੁੰਦੇ, ਤਾਂ ਪੇਸ਼ੈਂਟ ਕੋਈ ਹੁੰਦਾ ਨਹੀਂ। ਲੇਕਿਨ ਉਹਦੀ ਵੀ ਸਾਡੇ ਕੋਲ ਹੱਲ ਹੈ ਨਾ ਕਿ ਅਸੀਂ ਉਹਦਾ ਬਕਾਇਦਾ ਜਿਹੜਾ ਸਾਡਾ ਹਾਊਸਕੀਪਿੰਗ ਸਟਾਫ ਹੈਗਾ ਉਹਦੀ ਬਕਾਇਦਾ ਉਹਦੀ ਅਸੀਂ ਜਵਾਬਦੇਹੀ ਤੈਅ ਕਰ ਸਕਦੇ ਹਾਂ। ਜੇ ਉੱਥੇ ਗੱਦੇ ਮੈਟਰਸ ਹੈਗੇ ਆ ਤਾਂ ਕਿਉਂ ਨਹੀਂ ਲੱਗੇ। ਤਾਂ ਇਹ ਤਾਂ ਨਹੀਂ ਕਿ ਤੁਸੀਂ ਕਿਸੇ ਬੰਦੇ ਨੂੰ ਉੱਥੇ ਲਟਾ ਕੇ ਦੇਖੋ ਵੀ ਤੁਸੀਂ ਇੱਦਾਂ ਕਰਕੇ ਇੱਕ ਉਹ ਵੀ ਇੱਕ ਮੇਨ ਬੰਦੇ ਨੂੰ ਇੱਦਾਂ ਕਰੋ। ਤੇ ਜਿਹੜਾ ਬੰਦਾ ਉਹਦੇ ਥੱਲੇ ਪਤਾ ਕਿੰਨੀ ਕੁ ਚੇਨ ਬਣੀ ਹੋਣੀ, ਜਿਹੜੀ ਚੇਨ ਉਹਦੇ 'ਚ ਜ਼ਿੰਮੇਵਾਰ ਹੈਗੀ ਆ। ਤੇ ਲੇਕਿਨ ਜੇ ਹਰ ਚੀਜ਼ ਤਾਂ BC ਦੇ ਕੰਟਰੋਲ 'ਚ ਨਹੀਂ ਹੁੰਦੀ ਜਾਂ ਹਰ ਚੀਜ਼ BC ਨੇ ਆਪ ਨਹੀਂ ਕਰਨੀ ਹੁੰਦੀ।
ਉਹਦੇ 'ਚ ਹੋਰ ਮੈਡੀਕਲ ਸਟੂਡੈਂਟ ਆ, ਰਜਿਸਟਰਾਰ ਆ, ਪ੍ਰਿੰਸੀਪਲ ਆ, ਉਹਦੇ ਥੱਲੇ ਹੋਰ ਡਿਪਾਰਟਮੈਂਟ ਦੇ ਹੈੱਡ ਨੇ, ਜਿਹੜੇ ਵਾਰਡ ਦਾ ਉਹ ਬੈੱਡ ਸੀਗਾ ਉਸ ਵਾਰਡ ਦਾ ਇੰਚਾਰਜ ਵੀ ਹੋਊਗਾ। ਲੇਕਿਨ ਜੇ ਤੁਸੀਂ BC ਨਾਲ ਇਦਾਂ ਸਲੂਕ ਕਰੋਗੇ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ? ਜੀ ਨਹੀਂ ਸਿੱਧੂ ਸਾਹਿਬ, ਸਵਾਲ ਇਹ ਹੈ ਕਿ ਆਖਿਰਕਾਰ ਇਹੋ ਜਿਹੀਆਂ ਮਾੜੀਆਂ ਸਿਹਤ ਸੁਵਿਧਾਵਾਂ ਦੇ ਲਈ ਜ਼ਿੰਮੇਵਾਰ ਤੁਹਾਨੂੰ ਕੌਣ ਲੱਗਦਾ? ਕਿਉਂਕਿ ਇਸ ਤੋਂ ਪਹਿਲਾਂ ਤੁਸੀਂ 5 ਸਾਲ ਰਹੇ ਹੋ, ਤੁਹਾਡੇ ਕੋਲੇ ਮਹਿਕਮਾ ਸੀਗਾ। ਅਸੀਂ ਬੜਾ ਕੋਸ਼ਿਸ਼ ਕੀਤੀ, ਬੜਾ ਸੁਧਾਰ ਕੀਤਾ ਮਹਿਕਮੇ ਦੇ ਵਿੱਚ ਜੀ, ਬਹੁਤ ਕੁਝ ਇੰਪਰੂਵਮੈਂਟ ਕੀਤੀ ਹੈ। ਡਾਕਟਰ ਨਹੀਂ ਸੀ ਹੁੰਦੇ, ਮੈਂ 600 ਮੈਡੀਕਲ ਅਫਸਰ ਭਰਤੀ ਕੀਤਾ। ਪਹਿਲਾਂ ਇਹ PPSC ਰਾਹੀਂ ਭਰਤੀ ਹੁੰਦੇ ਸੀ, 2-2 ਸਾਲ ਭਰਤੀ ਨਹੀਂ ਸੀ ਹੁੰਦੀ। ਉਹਦੇ ਪ੍ਰਵਿਊ ਚੋਂ ਕੱਢ ਕੇ BC ਆਪਣਾ ਜਿਹੜੀ ਯੂਨੀਵਰਸਿਟੀ ਰਾਹੀਂ ਡਾਇਰੈਕਟ ਪੇਪਰ ਲੈ ਕੇ ਅਸੀਂ ਮੈਟ ਤੇ ਡਾਕਟਰ ਭਰਤੀ ਕੀਤੇ। ਫਿਰ ਸਪੈਸ਼ਲਿਸਟ ਵਾਸਤੇ ਵਾਕ-ਇਨ ਇੰਟਰਵਿਊ ਰੱਖੀ ਕਿ 5 ਮੈਂਬਰੀ ਟੀਮ ਬਣਾ ਕੇ ਉਹਨਾਂ ਦੇ ਇੰਟਰਵਿਊ ਲੈਂਦੇ ਸੀ, ਜਿਹੜੇ ਬੰਦੇ ਮੈਟ ਤੇ ਹੁੰਦੇ ਉਹਨਾਂ ਨੂੰ ਵੀ ਭਰਤੀ ਕੀਤਾ। ਫਿਰ ਅਸੀਂ 55-100 ਬੰਦੇ ਰੈਗੂਲਰ ਭਰਤੀ ਕੀਤੇ ਤੇ ਪਲੱਸ ਅਸੀਂ ਜਿਹੜੇ ਹਸਪੀਟਲ ਸੀ ਉਹਨਾਂ ਜਿਹੜੀ ਆ ਸਵਾਸਥਯ ਬੀਮਾ ਯੋਜਨਾ ਹੈਗੀ ਆ ਆਯੁਸ਼ਮਾਨ ਭਾਰਤ, ਇਹ ਸ਼ੁਰੂ ਕੀਤੀ ਕਿ ਹਸਪੀਟਲਾਂ ਨੂੰ ਵੀ ਫੰਡ ਆਵੇ, ਪਲੱਸ ਲੋਕਾਂ ਨੂੰ ਵੀ ਰਿਲੀਫ ਮਿਲੇ, ਮੈਡੀਸਨ ਪੂਰੀਆਂ ਕੀਤੀਆਂ। ਲੇਕਿਨ ਅਸੀਂ ਸਾਡੇ ਅੰਦਰ ਝਾਤ ਮਾਰੀ ਵੀ ਅਸੀਂ ਕੀ ਕਰਤਾ ਇਹ ਤੋਂ ਪਹਿਲਾਂ। ਅਸੀਂ ਉਸ ਤੋਂ ਬਾਅਦ ਜਾ ਕੇ ਉਹਨਾਂ ਦੇ ਚ ਔਗਣ ਜਾਂ ਉਹਨਾਂ ਦੇ ਨੁਕਸ ਕੱਢਣ ਤੋਂ ਪਹਿਲਾਂ ਅਸੀਂ ਜੋ ਕੁਝ ਚੀਜ਼ ਚਾਹੀਦਾ ਅਸੀਂ ਪ੍ਰੋਵਾਈਡ ਕੀਤੀ ਹੈ ਜੀ। ਤੇ ਪਹਿਲਾਂ ਅਸੀਂ ਬਕਾਇਦਾ ਜਿਹੜਾ ਮਿਨਿਸਟਰ ਸਾਹਿਬ ਹੁੰਦੇ ਨੇ ਉਹ ਬਕਾਇਦਾ ਜਦੋਂ ਡਿਪਾਰਟਮੈਂਟ ਸੰਭਾਲਦੇ ਨੇ ਇੱਕ ਬਹੁਤ ਵੱਡੇ ਲੈਵਲ ਦੀ ਮੀਟਿੰਗ ਹੁੰਦੀ ਹੈ ਔਰ ਉਹ 'ਚ ਸਾਰੇ ਅਫਸਰ ਸਾਹਿਬਾਨ, ਬਿਊਰੋਕਰੇਟਸ, ਉਸ ਤੋਂ ਬਾਅਦ ਸਿਵਲ ਸਰਜਨ ਹੁੰਦੇ ਨੇ, ਫਿਰ ਉਸ ਤੋਂ ਬਾਅਦ SMO ਨਾਲ ਮੀਟਿੰਗ ਕਰਦੇ ਨੇ, ਫਿਰ ਉਹ ਪ੍ਰੋਕਿਉਰਮੈਂਟ ਵਾਲਿਆਂ ਨਾਲ ਕਰਦੇ ਨੇ, ਉਹ ਕਰਦੇ ਨੇ ਵੀ ਉਹ ਸਾਰਿਆਂ ਤੋਂ ਪੂਰੀ ਫੀਡਬੈਕ ਲੈਂਦੇ ਨੇ ਕਿੱਥੇ ਕਿਹੜੀ ਕਮੀ ਹੈਗੀ ਆ, ਕਿ ਅਸੀਂ ਉਹ ਕਮੀਆਂ ਸਾਰੀਆਂ ਪੂਰੀਆਂ ਕਰਤੀਆਂ ਕਿ ਅਸੀਂ ਰੇਡ ਕਰਨ ਤੋਂ ਪਹਿਲਾਂ ਉਹ ਸਾਰੇ ਕਮੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਸਾਨੂੰ। ਠੀਕ ਹੈ। ਬਦਲਾਅ ਦੀ ਨੀਤੀ ਦੇ ਨਾਲ ਆਮ ਆਦਮੀ ਪਾਰਟੀ ਆਈ ਪੰਜਾਬ ਦੇ ਵਿੱਚ, ਲੋਕਾਂ ਨੇ ਮੌਕਾ ਵੀ ਦਿੱਤਾ ਕਿ ਬਦਲਾਅ ਆਏਗਾ। ਕੀ ਲੱਗਦਾ ਹੈ ਕਿ 4 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਕੀ ਕੁਝ ਕਾਰਗੁਜ਼ਾਰੀ ਲੱਗਦੀ? ਦੇਖੋ ਜੀ, ਇੱਕ ਗੱਲ ਤਾਂ ਹੈਗੀ ਕਿ ਬਦਲਾਅ ਤਾਂ ਆ ਗਿਆ ਕਿ ਵੀ ਖੱਜਲ ਖੁਆਰੀ ਲੋਕਾਂ ਦੀ ਵੱਧ ਗਈ ਹੈਗੀ ਹੈ। ਲੋਕਾਂ ਨੂੰ ਅੱਜ ਦੀ ਡੇਟ ਦੇ ਵਿੱਚ ਸਰਕਾਰ ਇੱਕ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਤੋਂ ਸਿਵਾਏ ਸਰਕਾਰ ਕੋਲ ਕੋਈ ਕੰਮ ਨਹੀਂ ਹੈ। ਜਿਹੜੀ ਗਰਾਊਂਡ ਰਿਐਲਿਟੀ ਆ ਉਹ ਜ਼ੀਰੋ ਹੈਗੀ ਆ। ਨਾ ਤਾਂ ਅੱਜ ਤੱਕ ਪ੍ਰੋਪਰ 1000 ਰੁਪਏ ਲੋਕਾਂ ਨੂੰ ਮਿਲਿਆ, ਨਾ ਲੋਕਾਂ ਨੂੰ ਜਿਹੜੀ ਬਿਜਲੀ ਦੀ ਜਿਹੜੀ ਸਬਸਿਡੀ ਆ ਉਹਦਾ ਪਤਾ ਲੱਗਿਆ ਵੀ ਕਿਹਨੂੰ ਮਿਲਣੀ ਕਿਹਨੂੰ ਨਹੀਂ ਮਿਲਣੀ। ਅਸੀਂ ਰੋਜ਼ ਜਿਹੜਾ ਫੈਸਲੇ ਲੈਂਦੇ ਹਾਂ ਸਵੇਰੇ ਲੈ ਕੇ ਸ਼ਾਮ ਨੂੰ ਬਦਲ ਦਿੰਦੇ ਹਾਂ, ਸਾਡਾ ਉਹਦੇ ਕੋਈ ਸਾਡਾ ਕਿੰਤੂ ਪਰੰਤੂ ਨਹੀਂ ਹੈ। ਲੇਕਿਨ ਹਾਲ ਤੱਕ ਅਸੀਂ ਅਕਾਊਂਟੇਬਿਲਿਟੀ ਕੀ ਹੈ, ਸਾਡੀ ਅੱਜ ਦੀ ਜਿਹੜੀ ਕਮਿਟਮੈਂਟ ਲੋਕਾਂ ਨੇ ਅਸੀਂ ਕੀਤੀ ਕਿ ਅਸੀਂ ਪੂਰੀ ਕਰਨ ਜਾ ਰਹੇ ਹਾਂ। ਲੇਕਿਨ ਤੁਸੀਂ ਇਕੱਲੇ ਬੋਰਡ ਲਾ ਕੇ ਜਾਂ ਤੁਸੀਂ ਬਹੁਤ ਵੱਡਾ ਪੈਸਾ ਜਿਹੜੀ ਐਡਵਰਟਾਈਜ਼ਮੈਂਟ 'ਤੇ ਖਰਚ ਕਰਕੇ ਪਬਲਿਸ਼ਿੰਗ ਦੇ ਉੱਤੇ ਬਾਹਰਲੀਆਂ ਸਟੇਟਾਂ 'ਚ ਤੁਸੀਂ ਆਪਣੇ ਚਾਹੇ ਗੁਜਰਾਤ ਹੋਵੇ ਚਾਹੇ ਹਿਮਾਚਲ ਹੋਵੇ, ਪੰਜਾਬ ਦਾ ਪੈਸਾ ਜਿਹੜਾ ਖਜ਼ਾਨੇ ਦਾ ਤੁਸੀਂ ਉੱਧਰ ਐਡ 'ਤੇ ਖਰਚ ਕਰੀ ਜਾ ਰਹੇ ਹੋ, ਜਾਂ ਤੁਸੀਂ ਬੋਰਡ ਲਮਕਾਤੇ ਦਰਖਤਾਂ ਦੇ ਉੱਤੇ ਕਿ ਉੱਥੇ ਆਹ ਹੋ ਗਿਆ। ਅਸਲ ਗਰਾਊਂਡ ਰਿਐਲਿਟੀ ਤਾਂ ਜ਼ੀਰੋ ਹੈ। ਅਸੀਂ ਜਿਹੜਾ ਸਾਡਾ ਗ੍ਰਾਫ ਸੀਗਾ ਐਜੂਕੇਸ਼ਨ ਦਾ ਉਹ ਵੀ ਡਾਊਨ ਆਇਆ ਪਹਿਲਾਂ ਨਾਲੋਂ। ਜਿਹੜਾ ਈਵਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਤਾਂ ਇੱਥੋਂ ਕਹਿਤਾ ਵੀ ਜਿਹੜਾ ਇਹ ਗਲਤ ਰਿਜ਼ਲਟ ਹੈ ਜੋ ਸਾਡਾ ਅਸੀਂ ਟੌਪ ਕੀਤਾ ਇੰਡੀਆ ਦੇ ਵਿੱਚੋਂ, ਇਹ ਤਾਂ ਗਲਤ ਜਿਹੜਾ ਐਨਾਲਿਸਿਸ ਕੀਤਾ ਹੋਇਆ ਅਸੀਂ ਕਰਾਂਗੇ। ਲੇਕਿਨ ਉਸ ਤੋਂ ਅਸੀਂ ਥੱਲੇ ਆ ਗਏ। ਫਿਰ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਅਸੀਂ ਚੰਡੀਗੜ੍ਹ ਦੀ ਜਿਹੜੀ ਕੈਪੀਟਲ ਹੈਗੀ ਆ ਵੀ ਸਾਨੂੰ ਵੀ ਜਗ੍ਹਾ ਦਿੱਤੀ ਜਾਵੇ। ਅਸੀਂ ਚੰਡੀਗੜ੍ਹ ਦੇ ਮਾਲਕ ਖੁਦ ਹੀ ਹੈਗੇ ਹਾਂ। ਚੰਡੀਗੜ੍ਹ ਸਾਡਾ ਪੰਜਾਬ ਦੀ ਕੈਪੀਟਲ ਹੈਗੀ, ਪੰਜਾਬ ਦੇ ਅਸੀਂ ਮਾਲਕ ਹੈਗੇ। ਅਸੀਂ ਕਹਿੰਦੇ ਵਿਧਾਨ ਸਭਾ ਸਾਨੂੰ ਜਗ੍ਹਾ ਦਿੱਤੀ ਜਾਵੇ। ਯਾਨੀ ਮੈਂ ਇਹ ਕਹਿ ਸਕਦਾ ਕਿ ਵੀ ਕੁੱਲ ਮਿਲਾ ਕੇ ਸਰਕਾਰ ਦਾ ਰਿਮੋਟ ਕੰਟਰੋਲ ਕਿਤੇ ਹੋਰ ਹੈਗਾ ਤੇ ਕੰਮ ਕੋਈ ਹੋਰ ਕਰ ਰਿਹਾ। ਅੱਛਾ, ਇਹ ਰਿਮੋਟ ਕੰਟਰੋਲ ਕਿੱਥੇ ਹੈਗਾ? ਕਿਉਂਕਿ ਕੱਲ ਫਤਿਹਜੰਗ ਬਾਜਵਾ ਹੋਰਾਂ ਨੇ ਵੀ ਕਿਹਾ ਕਿ 50 ਨੰਬਰ ਕੋਠੀ ਦੇ ਵਿੱਚ ਫੈਸਲੇ ਹੁੰਦੇ ਨੇ ਉਹ ਅੱਗੇ ਇੰਪਲੀਮੈਂਟ ਹੋਣ ਲੱਗ ਜਾਂਦੇ। ਤੁਹਾਡੇ ਸਾਹਮਣੇ ਹੀ ਆ ਕਿਸ ਤਰ੍ਹਾਂ ਨਮੋਰਤਨ ਸਿੱਧੂ ਜੀ ਨੇ ਆਪਣੇ AG ਦਾ ਉਹਦੇ ਤੋਂ ਅਸਤੀਫਾ ਦਿੱਤਾ ਹੈ, ਕਿਸ ਤਰ੍ਹਾਂ ਵਿਨੋਦ ਕਈ ਜਿਹੜੇ ਨਵੇਂ AG ਬਣਾਏ ਨੇ ਕਿੰਨਾ ਕੰਟਰੋਵਰਸ਼ੀਅਲ ਨੇ, ਕਿਵੇਂ ਉਹਨਾਂ ਨੇ ਜਿੰਨੇ ਅੱਜ ਤੱਕ ਜਿਹੜੇ ਸਰਕਾਰ ਦੇ ਹਿੱਤ ਵਾਲੇ ਕੇਸ ਸੀ ਉਹਨਾਂ ਦੇ ਖਿਲਾਫ ਸਾਰਿਆਂ ਦੇ ਉਹ ਐਡਵੋਕੇਟ ਰਹੇ ਨੇ, ਉਹਨਾਂ ਨੂੰ ਕਿਸ ਤਰ੍ਹਾਂ ਫਾਈਟ ਕਰਦੇ ਰਹੇ ਨੇ। ਤੇ ਅੱਜ ਅਸੀਂ ਉਹਨਾਂ ਨੂੰ ਉਹ ਕੱਲ੍ਹ ਨੂੰ ਸਾਨੂੰ ਕਿੱਦਾਂ ਰਿਲੀਫ ਦਿਵਾਉਣਗੇ ਸਰਕਾਰ ਨੂੰ? ਉਹਨਾਂ ਦਾ ਕਹਿਣਾ ਉਹ ਆਪਣੀ ਇੱਕ ਜੌਬ ਕਰ ਰਹੇ ਆ, ਲੱਗਦਾ ਕਿ ਉਹ ਓਫੈਂਡ ਕਰ ਪਾਣਗੇ ਕਿਉਂਕਿ ਪਹਿਲਾਂ ਸਰਕਾਰ ਦੇ ਆਪੋਜ਼ਿਟ ਲੜਦੇ ਰਹੇ। ਮੈਂ ਉਹੀ ਤਾਂ ਕਹਿ ਰਿਹਾ, ਜਿਹੜਾ ਬੰਦਾ ਅੱਜ ਕਿਸੇ ਮੁਰਜੂ ਦਾ ਕੇਸ ਲੜ ਰਿਹਾ, ਬਰਗਾੜੀ ਕਾਂਡ ਦੀ ਗੱਲ ਕਰ ਲਓ ਜਾਂ ਬਾਈਬਲ ਕਲਾਂ ਦੀ ਗੱਲ ਕਰ ਲਓ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਕਰ ਲਓ ਜਾਂ ਜਿਹੜੇ ਹੋਰ ਕੇਸਾਂ ਦੀ ਗੱਲ ਕਰ ਲਓ, ਤੇ ਜੇ ਉਹਨਾਂ ਸਾਰੇ ਕੇਸਾਂ 'ਚ ਉਹ ਸਾਡੇ ਖਿਲਾਫ ਖੜਦਾ ਰਿਹਾ ਤਾਂ ਉਹ ਸਾਡੇ ਕੱਲ੍ਹ ਹੱਕ 'ਚ ਕਿੱਦਾਂ ਫੈਸਲਾ ਹੋਏਗਾ ਆਪਾਂ ਨੂੰ? ਤੇ ਉਹ ਕਿੱਦਾਂ ਪ੍ਰੋਟੈਕਟ ਕਰੇ ਸਾਡੇ ਰਾਈਟਸ ਨੂੰ? ਕੱਲ ਮੁੱਖ ਮੰਤਰੀ ਦੇ ਵੱਲੋਂ ਵੀ ਰੇਡ ਕੀਤੀ ਗਈ ਮੁੱਲਾਪੁਰ ਦੇ ਵਿੱਚ, ਕਾਫੀ ਜ਼ਿਆਦਾ ਏਕੜ ਜਿਹੜੀ ਹੈ ਪੰਚਾਇਤੀ ਜ਼ਮੀਨ ਸ਼ਾਮਲਾਟ ਦੀ ਜ਼ਮੀਨਾਂ ਤੋਂ ਕਬਜ਼ੇ ਜਿਹੜੇ ਉਹ ਹਟਾਏ ਜਾ ਰਹੇ ਹੈ। ਉਹਦੇ ਵਿੱਚ ਹਾਲਾਂਕਿ MP ਸਿਮਰਨਜੀਤ ਸਿੰਘ ਮਾਨ ਦੇ ਬੇਟੇ ਦੀ ਵੀ ਜ਼ਮੀਨ ਸੀਗੀ। ਚੰਗੀ ਗੱਲ ਹੈ, ਜੇ ਕਿਸੇ ਬੰਦੇ ਨੇ ਧੱਕੇ ਨਾਲ ਕੋਈ ਨਜਾਇਜ਼ ਐਨਕਰੋਚਮੈਂਟ ਕੀਤੀ ਹੋਈ ਹੈਗੀ ਆ ਤਾਂ ਹਟਾ ਲੈਣੀ ਚਾਹੀਦੀ ਆ। ਮੈਂ ਤਾਂ ਹੁਣ ਥੋੜ੍ਹੇ ਦਿਨ ਪਹਿਲਾਂ ਤੁਹਾਡੇ ਇੱਕ ਜਿਹੜਾ ਪੰਜਾਬ ਟੈਲੀਵਿਜ਼ਨ ਉੱਤੇ ਜਿਹੜੇ ਸਾਡੇ ਮੌਜੂਦਾ MLA ਨੇ ਇੱਥੋਂ ਦੇ ਮੋਹਾਲੀ ਦੇ,
ਉਹਨਾਂ ਨੇ 46 ਕਨਾਲ 7 ਮਰਲੇ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਬਕਾਇਦਾ ਉੱਥੇ ਝੂਠਾ ਐਫੀਡੇਵਿਟ ਫਾਈਲ ਕੀਤਾ ਹੋਇਆ ਕੋਰਟ ਦੇ ਵਿੱਚ ਕਿ ਮੈਂ ਇੱਥੇ ਕੋਈ ਕਬਜ਼ਾ ਨਹੀਂ ਕੀਤਾ। ਉੱਥੇ ਉਹਨੇ ਰੋਡਾਂ ਦਾ ਜਾਲ ਵਿਛਾਇਆ ਹੋਇਆ ਹੈ ਤੇ ਬਕਾਇਦਾ ਸੁਪਰੀਮ ਕੋਰਟ ਤੋਂ ਸਟੇ ਹੋਈ ਹੈ। ਤੇ ਮੈਂ ਤਾਂ ਮੰਤਰੀ ਸਾਹਿਬ ਨੂੰ ਇਹ ਵੀ ਬੇਨਤੀ ਕਰੂੰਗਾ, ਸੀਐਮ ਸਾਹਿਬ ਨੂੰ ਵੀ ਕਰੂੰਗਾ ਕਿ ਵੀ ਪਾਪੜੀ ਪਿੰਡ ਦੇ ਮੌਕੇ ਤੇ ਜਾਣ ਕਿ ਉੱਥੇ ਕਿ ਵਾਕਈ ਜ਼ਮੀਨ ਦੱਬੀ ਹੋਈ ਹੈ, ਕਿ ਇਹ ਜ਼ਮੀਨ ਦਾ ਕੋਈ ਸਰਕਾਰ ਦੇ ਆਪਣਾ ਨਾਲ ਕੋਈ ਐਗਰੀਮੈਂਟ ਹੋਇਆ ਜਾਂ ਸਰਕਾਰ ਕੋਈ ਮੈਚੋਰਿਟੀ ਹੋਈ ਹੈ, ਕੋਈ ਟਾਈਟਲ ਡੀਡ ਬਣੀ ਹੈ ਜਾਂ ਕੋਈ ਰਜਿਸਟਰੀ ਹੋਈ ਹੈ, ਤੇ ਉਹਨੇ ਉੱਥੇ ਸੜਕਾਂ ਬਣਾਤੀਆਂ। ਪਰ ਜ਼ੀਰੋ ਟੋਲਰੈਂਸ ਦੀ ਗੱਲ ਕੀਤੀ ਜਾਂਦੀ ਹੈ ਮੁੱਖ ਮੰਤਰੀ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੇ ਹਾਲਾਂਕਿ ਆਪਦੇ ਹੀ ਮੰਤਰੀ ਤੇ ਐਕਸ਼ਨ ਵੀ ਲਿੱਤਾ ਸੀ, ਡਾਕਟਰ ਵਿਜੇ ਸਿੰਗਲਾ ਤੇ ਐਕਸ਼ਨ ਵੀ ਲਿੱਤਾ, ਉਹਨਾਂ ਨੂੰ ਬਰਖਾਸਤ ਵੀ ਕੀਤਾ, ਉਹਨਾਂ ਤੇ ਮਾਮਲਾ ਤੱਕ ਦਰਜ ਕਰਵਾਇਆ, ਤਾਂ ਲੱਗਦਾ ਹੈ ਕਿ ਹਾਲਾਂਕਿ ਤੁਹਾਡੇ ਸਾਥੀ ਰਹਿ ਚੁੱਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਉਹਨਾਂ ਤੇ ਵੀ ਸਵਾਲ ਉੱਠ ਰਹੇ ਨੇ, ਹੋਰ ਕਈ ਸਾਬਕਾ ਮੰਤਰੀਆਂ ਤੇ ਸਵਾਲ ਉੱਠ ਰਹੇ ਨੇ ਕਰਪਸ਼ਨ ਦੇ। ਦੇਖੋ ਗੱਲ ਇੱਦਾਂ ਹੁੰਦੀ ਹੈ ਕਿ ਰਿਐਲਿਟੀ ਕੀ ਹੈ, ਤੁਸੀਂ ਪਹਿਲਾਂ ਉਹਦੀ ਇਨਵੈਸਟੀਗੇਸ਼ਨ ਕਰਾਓ, ਇਨਕੁਆਇਰੀ ਕਰਾਓ, ਇਨਕੁਆਇਰੀ ਦੇ ਵਿੱਚ ਕੋਈ ਬੰਦਾ ਦੋਸ਼ੀ ਆ ਉਹਦਾ ਸਜ਼ਾ ਮਿਲੇਗੀ ਉਹਨੂੰ। ਲੇਕਿਨ ਤੁਸੀਂ ਜਿਹੜੀ ਬਾਕੀ ਜਿਹੜੀ ਲੋਕਾਂ ਦੇ ਵਰਕ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਤਾਂ ਨਾਲ ਜਾਂ ਕੰਟੀਨਿਊ ਪੂਰੇ ਕਰੋ ਨਾ। ਤੁਸੀਂ ਬਜਾਏ ਕਿ ਪੋਲੀਟੀਕਲ ਬੰਡੇਟੇ ਤੋਂ ਫਰੰਟ ਤੇ ਰੱਖ ਕੇ ਤੁਸੀਂ ਕੰਮ ਸ਼ੁਰੂ ਕਰ ਲਿਆ ਆਪਣਾ, ਅਖਬਾਰਾਂ 'ਚ ਖਬਰਾਂ ਲੱਗਣ ਲੱਗ ਗਈਆਂ, ਪਰ ਜਿਹੜੇ ਲੋਕਾਂ ਨੇ ਹੁਣ 1000 ਰੁਪਇਆ ਜਿਹੜੀ ਲੇਡੀ ਮੰਗਦੇ ਕਿੱਧਰ ਗਿਆ 1000 ਰੁਪਈਆ, ਜਾਂ ਕਿੱਧਰ ਗਿਆ ਜਿਹੜੇ ਸਾਡੇ ਸੜਕਾਂ ਜਿਹੜੇ ਸਾਡੇ ਡਿਵੈਲਪਮੈਂਟ ਦੇ ਅਸੀਂ ਪੈਸੇ ਦਿੱਤੇ ਸੀ ਉਹ ਪੈਸੇ ਵੀ ਵਿਡਰਾਅ ਕਰ ਲਏ ਖਾਤਿਆਂ 'ਚੋਂ। ਉਹ ਪੰਚਾਇਤਾਂ ਜਿਹੜੀਆਂ ਸੜਕਾਂ ਈਵਨ ਰੋੜਾ ਪੈ ਗਿਆ ਹਲੇ ਉਹਤੇ ਪੀਸੀ ਪੈਣ ਵਾਲੀ ਸੀ ਉਹ ਫਿਰ ਦੁਬਾਰਾ ਟੁੱਟ ਗਈਆਂ। ਤੇ ਇਹ ਜਿਹੜੀਆਂ ਚੀਜ਼ਾਂ ਉਹ ਤਾਂ ਪੂਰੇ ਜਿਹੜੇ ਲੋਕਾਂ ਦੇ ਅਸੀਂ ਵਾਅਦੇ ਕੀਤੇ ਉਹ ਤਾਂ ਪੂਰੇ ਕਰੀਏ ਨਾ, ਜਿਹਨੇ ਅਸੀਂ ਲੋਕਾਂ ਨੂੰ ਕਿਹਾ ਵੀ ਤੁਹਾਨੂੰ ਆਹ ਵੀ ਦਿਆਂਗੇ ਆਹ ਵੀ ਦਿਆਂਗੇ, ਉਹ 'ਚ ਕੀ ਪੂਰਾ ਕੀਤਾ ਹੈਗਾ। ਲੇਕਿਨ ਜਿਹੜੀ ਆਹ ਗੱਲਾਂ ਨੇ ਪੈਰਲ ਚੱਲਦੀਆਂ ਰਹਿਣ, ਕੋਈ ਗੱਲ ਨਹੀਂ, ਤੁਸੀਂ ਆਪਣੀ ਇਨਕੁਆਇਰੀਆਂ ਕਰਦੇ ਰਹੋ, ਜਿਹੜਾ ਬੰਦਾ ਦੋਸ਼ੀ ਆਪਣੇ ਆਪ ਸਜ਼ਾ ਭੁਗਤੂਗਾ। ਸਿੱਧੂ ਸਾਹਿਬ, ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਾਂਗਰਸੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਕਿਤੇ ਨਾ ਕਿਤੇ ਕੀ ਡਰ ਹੈ ਕੋਈ ਕਰਪਸ਼ਨ ਜਿਨ੍ਹਾਂ ਨੇ ਕੀਤਾ ਹੋਇਆ ਉਹ ਭਾਜਪਾ ਦੇ ਵਿੱਚ ਜਾ ਰਹੇ ਨੇ, ਕਿਉਂਕਿ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਅਸੀਂ ਦਬੋਚ ਲੈਣੇ ਨੇ ਇਸ ਤੋਂ ਪਹਿਲਾਂ ਕਿ ਭਾਜਪਾ ਦੇ ਵਿੱਚ ਚਲੇ ਜਾਣ। ਦੇਖੋ ਇੱਦਾਂ ਹੁੰਦਾ ਹੈ, ਭਾਜਪਾ ਵੀ ਇੱਕ ਡੈਮੋਕ੍ਰੇਟ ਪਾਰਟੀ ਹੈ, ਕਾਂਗਰਸ ਪਾਰਟੀ ਅਸੀਂ ਕਿਉਂ ਛੱਡੀ ਹੈ, ਅਸੀਂ ਕਾਂਗਰਸ ਪਾਰਟੀ ਕਿਉਂ ਛੱਡ ਕੇ ਗਏ ਹਾਂ, ਉਹਦੇ ਵੀ ਕਾਰਨ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਮੈਂ ਮੰਤਰੀ ਸੀਗਾ ਉਹਨਾਂ ਨੂੰ ਕਿਉਂ ਹਟਾਇਆ ਗਿਆ, ਕਿਉਂ ਇੱਕ ਜਦੋਂ ਜਾਖੜ ਸਾਹਿਬ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਹੈ ਤਾਂ ਉਹਨਾਂ ਦਾ ਫੈਸਲਾ ਕਿਉਂ ਬਦਲਿਆ ਗਿਆ। ਮੈਂ ਤਾਂ ਉਸ ਦਿਨ ਹੀ ਰਿਜ਼ਾਈਨ ਕਰਨ ਲੱਗਿਆ ਸੀਗਾ, ਫਿਰ ਮੈਨੂੰ ਇਹਨਾਂ ਨੇ ਮਨਾਇਆ ਬਕਾਇਦਾ। ਫਿਰ ਜਦੋਂ ਸਾਨੂੰ ਹੁਣ ਬੇਅਰ ਚੰਨੀ ਕਿੱਥੇ ਇਸ ਵੇਲੇ, ਤੇ ਜਿਹੜਾ ਸਾਰਾ ਡਰਾਮਾ ਹੈ ਹਰੀਸ਼ ਚੌਧਰੀ ਵਰਗੇ ਇੱਥੇ ਬੈਠ ਕੇ ਸਾਰੇ ਪੰਜਾਬ ਦੇ ਵਿੱਚ ਆਪਣੇ ਰਾਜ ਭਾਗ ਚਲਾਉਂਦੇ ਰਹੇ ਤੇ ਪੰਜਾਬ ਦੇ ਲੋਕਾਂ ਨੂੰ ਗਰੋਹ ਕੀਤਾ, ਰਿਜ਼ਲਟ ਕੀ ਹੈ ਇਸ ਗੱਲ ਦਾ। ਜਾਂ ਦਿੱਲੀ ਦੇ ਵਿੱਚ ਜਿਹੜੇ ਸਾਡੇ ਰਾਹੁਲ ਗਾਂਧੀ ਨੇ ਜਾਂ ਹੋਰ ਨੇ ਜਿਹੜੀਆਂ ਅੱਜ ਉੱਥੇ ਜਿਹੜਾ ਹਰਾਲਡ ਦੇ ਅਖਬਾਰ ਹੈਗਾ, ਤੇ ਜੇ ਉਹ ਸੱਚੇ ਦਾ ਡੇ 1 ਤੋਂ ਹੀ ਆਪਣੇ ਆਪ ਨੂੰ ਸਾਹਮਣੇ ਪੇਸ਼ ਕਰਕੇ ਗੱਲ ਖਤਮ ਕਰ ਦੇ, ਠੀਕ ਹੈ ਨਾ। ਲੇਕਿਨ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਉਂ ਗਏ ਹਾਂ, ਅਸੀਂ ਗਏ ਹਾਂ ਆਪਣੇ ਪੰਜਾਬ ਦੀ ਸੇਵਾ ਵਾਸਤੇ, ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ, ਕਿ ਇੱਕ ਇਸ ਵੇਲੇ ਇੱਕ ਪਾਰਟੀ ਜਿਹੜੀ ਕਿ ਦੇਸ਼ ਨੂੰ ਬਚਾ ਸਕਦੀ, ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ, ਉਹ ਬੀਜੇਪੀ ਪਾਰਟੀ। ਤਾਂ ਪੰਜਾਬ ਦੇ ਲੋਕਾਂ ਦੇ ਮੁੱਦੇ ਕਿਸਾਨਾਂ ਦੀ ਗੱਲ ਕਰ ਰਹੇ ਨੇ, ਐਮਐਸਪੀ ਦੀ ਕਮੇਟੀ ਬਣਾਈ ਗਈ ਹੈ, ਕਿਸਾਨ ਸੰਤੁਸ਼ਟ ਨਹੀਂ ਨਜ਼ਰ ਆ ਰਹੇ। ਦੇਖੋ ਇੱਦਾਂ ਹੁੰਦਾ ਹੈ ਕਿ ਕਿਸਾਨੀ ਦਾ ਮੁੱਦਾ ਬਹੁਤ ਅਹਿਮ ਹੈਗਾ। ਅਸੀਂ ਹਲੇ ਨਵੇਂ ਉੱਥੇ ਗਏ ਹੈਗੇ ਹਾਂ, ਜਿਹਦੇ ਸਾਡੇ ਕੋਲ ਗੱਲ ਹੋਏਗੀ, ਅਸੀਂ ਬਕਾਇਦਾ ਆਪਣੇ ਪੰਜਾਬ ਦੀ ਜਿਹੜੀ ਰਾਈਟ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਹਰ ਇੱਕ ਚੀਜ਼ ਉੱਥੇ ਸਾਹਮਣੇ ਰੱਖਾਂਗੇ ਔਰ ਕਰਾਵਾਂਗੇ। ਚੰਡੀਗੜ੍ਹ ਦਾ ਮੁੱਦਾ ਚੱਕੋਗੇ, ਪੰਜਾਬ ਯੂਨੀਵਰਸਿਟੀ ਦਾ ਮੁੱਦਾ ਚੱਕੋਗੇ? ਬਿਲਕੁਲ, ਚੰਡੀਗੜ੍ਹ ਪੰਜਾਬ ਦਾ, ਯੂਨੀਵਰਸਿਟੀ ਪੰਜਾਬ ਦੀ ਆ, ਪੰਜਾਬ 'ਚ ਹੀ ਰਹੇਗੀ, ਪੰਜਾਬ ਵਾਸਤੇ ਲੜਾਈ ਲੜਾਂਗੇ ਪੂਰੀ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਤਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਾਡੇ ਨਾਲ ਸੀ ਤੇ ਉਹਨਾਂ ਨੇ ਖਾਸ ਕਰਕੇ ਮੌਜੂਦਾ ਸਿਹਤ ਮੰਤਰੀ ਦੀ ਕਾਰਗੁਜ਼ਾਰੀ ਤੇ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਸਹੀ ਤਰੀਕਾ ਨਹੀਂ ਹੈ ਕਿਸੇ ਨੂੰ ਵੀ, ਕਿਸੇ ਵੀ ਇੱਕ ਰੈਪੂਟੇਟਿਵ ਪਰਸਨ ਦੇ ਨਾਲ ਜਿਸ ਤਰ੍ਹਾਂ ਦਾ ਵਤੀਰਾ ਉਹਨਾਂ ਦੇ ਵੱਲੋਂ ਕੀਤਾ ਗਿਆ ਬੇਹੱਦ ਨਿੰਦਣਯੋਗ ਹੈ। ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ। ਜੇਕਰ ਸੁਧਾਰ ਲੈ ਕੇ ਆਉਣੇ ਨੇ ਤਾਂ ਸੁਧਾਰ ਦੇ ਵੱਲ ਧਿਆਨ ਦਿੱਤਾ ਜਾਏ, ਨਾ ਕਿ ਅਜਿਹਾ ਕੁਝ ਕੀਤਾ ਜਾਏ ਕਿ ਜਿਸ ਦੇ ਨਾਲ ਪੰਜਾਬ ਦਾ ਨੁਕਸਾਨ ਹੋਏ। ਕੈਮਰਾਮੈਨ ਸ਼ਰਦ ਦੇ ਨਾਲ ਸ਼ਾਲੂ ਮਿਰੋਕ, ਚੰਡੀਗੜ੍ਹ।